सत श्री अकाल जी, तुसीं देख रहे हो पंजाब मेल यूएसए टीवी। मैं हाँ वरुण कौर मान। खबरां दे ब्रिटेन विच तुहाडा स्वागत। खबरां दे ब्रिटेन दे स्पॉन्सर रियल एस्टेट ब्रोकर मोहन चीमा। रियल एस्टेट दी दुनिया च मन्निया परमन्निया नाम। पेश ने पहलां चोणवीआं खबरां। खरूदी मुसाफरां नूं कनेडा दीआं हवाई कंपनियां दी नां। भारतीयां लई वीज़ा नियमां विच ढिल नहीं, बोरिस जॉनसन। दिल्ली पोर्ट ब्लेयर रूट ते इंडिगो फिर तो शुरू कर रही है उड़ान, जाणो की हन शेड्यूल। कैपिटल हिल ने ट्रंप ਨੂੰ ਜ਼ਿੰਮੇਵਾਰ ਠਹਿਰਾਉਣਗੇ ਜੋ ਬਾਈਡਨ। ਇਟਲੀ ਤੋਂ ਅੰਮ੍ਰਿਤਸਰ ਆਈ ਫਲਾਈਟ ਵਿੱਚ ਮਿਲੇ 125 ਕਰੋਨਾ ਮਰੀਜ਼। ਕੈਪੀਟਲ ਹਿਲ ਹਿੰਸਾ ਦੇ ਸਮਰਥਨ ਵਿੱਚ 48% ਅਮਰੀਕੀ ਟਰੰਪ ਦੀ ਲੋਕਪ੍ਰਿਯਤਾ ਵਧੀ। ਡੋਨਾਲਡ ਟਰੰਪ ਨੇ ਪ੍ਰੈਸ ਕਾਨਫਰੰਸ ਰੱਦ ਕੀਤੀ। ਕੈਪੀਟਲ ਹਿਲ ਤੇ ਹਮਲੇ ਦੀ ਬਰਸੀ ਤੇ ਹੋਣਾ ਸੀ ਆਯੋਜਨ। ਅਮਰੀਕਾ ਦੇ ਫਿਲਾਡੇਲਫੀਆ ਵਿੱਚ ਲੱਗੀ ਅੱਗ, 7 ਬੱਚਿਆਂ ਸਣੇ 13 ਲੋਕਾਂ ਦੀ ਮੌਤ। ਅਮਰੀਕਾ ਵਿੱਚ ਕੋਰੋਨਾ ਦਾ ਕਹਿਰ, ਹਸਪਤਾਲਾਂ ਵਿੱਚ ਵੈਂਟੀਲੇਟਰ ਓਮਿਕਰੋਨ ਮਰੀਜ਼ਾਂ ਨਾਲ ਭਰਨੇ ਸ਼ੁਰੂ। ਕੈਨੇਡਾ 'ਚ ਬਲਰਾਜ ਨਿੱਜਰ ਵਿਰੁੱਧ ਛੁਰੇਬਾਜ਼ੀ ਕੇਸ ਵਿੱਚ ਦੋਸ਼ ਆਇਦ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਦੇ ਸ਼ਹਿਰ ਮੌਂਟਰੀਅਲ ਤੋਂ ਮੈਕਸੀਕੋ ਦੇ ਤੱਟੀ ਸ਼ਹਿਰ ਟੁਲਮ ਵਿੱਚ ਨਵਾਂ ਸਾਲ ਮਨਾਉਣ ਜਾਣ ਸਮੇਂ ਇੱਕ ਗੀਤ ਸੰਗੀਤ ਮੰਡਲੀ ਤੇ ਟੈਲੀਵਿਜ਼ਨ ਕਲਾਕਾਰਾਂ ਦੇ ਦਰਜਨਾਂ ਕੁ ਮੈਂਬਰਾਂ ਨੂੰ ਬੀਤੇ ਕੱਲ ਕੈਨੇਡਾ ਦੀਆਂ 3 ਹਵਾਈ ਕੰਪਨੀਆਂ ਨੇ ਮੈਕਸੀਕੋ ਤੋਂ ਕੈਨੇਡਾ 'ਚ ਵਾਪਸੀ ਉਡਾਣ ਤੋਂ ਨਾ ਕਰ ਦਿੱਤੀ ਹੈ, ਕਿਉਂਕਿ ਬੀਤੀ 30 ਦਸੰਬਰ ਨੂੰ ਸਨਵਿੰਗ ਜਹਾਜ਼ ਵਿੱਚ ਉਹਨਾਂ ਦੇ ਬਿਨਾਂ ਮਾਸਕ ਤੋਂ ਖਾਣ ਪੀਣ ਤੇ ਬੇਪਿੰਗ ਕਰਨ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਕੋਰੋਨਾ ਵਾਇਰਸ ਦੇ ਮੌਜੂਦਾ ਸਮੇਂ ਦੌਰਾਨ ਉਸ ਵਾਇਰਲ ਵੀਡੀਓ ਦੀ ਦੇਸ਼ ਭਰ ਵਿੱਚ ਨਿੰਦਾ ਹੋ ਰਹੀ ਸੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਜਹਾਜ਼ ਵਿੱਚ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਜਸ਼ਨ ਮਨਾਉਣ ਵਾਲੇ ਗਰੁੱਪ ਦੇ ਲੋਕਾਂ ਦੀ ਸਖਤ ਨਿਖੇਧੀ ਕੀਤੀ ਸੀ। ਹਾਲਾਤ ਦੇ ਮੱਦੇਨਜ਼ਰ ਸਨਵਿੰਗ ਹਵਾਈ ਕੰਪਨੀ ਨੇ ਉਸ ਗਰੁੱਪ ਦੀ 5 ਜਨਵਰੀ ਦੀ ਵਾਪਸੀ ਉਡਾਣ ਰੱਦ ਕਰ ਦਿੱਤੀ ਹੈ, ਜਿਸ ਤੋਂ ਬਾਅਦ ਵੈਸਟ ਜੈਟ ਅਤੇ ਏਅਰ ਕੈਨੇਡਾ ਦੇ ਅਧਿਕਾਰੀਆਂ ਨੇ ਵੀ ਹਵਾਈ ਸਫ਼ਰ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੁਸਾਫਰਾਂ ਨੂੰ ਆਪਣੀਆਂ ਉਡਾਣਾਂ ਵਿੱਚ ਸੀਟਾਂ ਦੇਣ ਤੋਂ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਵੀ ਕਿ ਮੈਕਸੀਕੋ ਪੁੱਜ ਕੇ ਉਸ ਗਰੁੱਪ ਵਿੱਚੋਂ ਇੱਕ 19 ਸਾਲ ਦੀ ਕੁੜੀ ਦਾ ਕਰੋਨਾ ਟੈਸਟ ਪੋਜ਼ਿਟਿਵ ਪਾਇਆ ਗਿਆ, ਜੋ ਹੁਣ ਉੱਥੇ ਹੋਟਲ ਦੇ ਖਰਚੇ ਨਾ ਦੇ ਸਕਣ ਕਰਕੇ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੀ ਹੈ। ਪਤਾ ਲੱਗਿਆ ਕਿ ਉਸਦੇ ਸਾਥੀ ਕਿਸੇ ਬਦਲਵੇਂ ਰੂਟ ਰਾਹੀਂ ਬੀਤੀ ਸ਼ਾਮ ਮੌਂਟਰੀਅਲ ਪੁੱਜੇ ਜਾਂ ਇੱਕ ਮੁਸਾਫਰ ਨੂੰ ਹਵਾਈ ਅੱਡੇ ਅੰਦਰ ਹੱਥਕੜੀਆਂ ਲਗਾ ਕੇ गिरफ्तार कर लिया गया, पर पॉजिटिव पाई गई लड़की मैक्सिको विच खज्जल खुआर होने लई मजबूर है। ਇਹ ਵੀ ਕਿ ਉਕਤ ਲੜਕੀ ਨੂੰ ਕਲਾਕਾਰਾਂ ਦੇ ਗਰੁੱਪ ਦਾ ਹਿੱਸਾ ਹੋਣ ਕਰਕੇ ਤੇ ਉਹਨਾਂ ਸਾਰਿਆਂ ਨੂੰ ਇਕਾਂਤ ਵਾਸਤੀਆਂ ਸਖਤ ਸ਼ਰਤਾਂ ਅਤੇ ਹਵਾਈ ਸਫ਼ਰ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ $5000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਕੈਨੇਡਾ ਦੇ ਆਵਾਜਾਈ ਮੰਤਰੀ ਉਮਾਰ ਅਲਗਬਰਾ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬੀਤੇ ਹਫ਼ਤਿਆਂ ਤੋਂ ਕੋਰੋਨਾ ਵਾਇਰਸ ਦੇ ਵਧੇ ਹੋਏ ਕੇਸਾਂ ਕਾਰਨ ਹਵਾਈ ਕੰਪਨੀਆਂ ਨੂੰ ਜਹਾਜ਼ ਚਲਾਉਣ ਵਾਸਤੇ ਲੋੜੀਂਦਾ ਸਟਾਫ ਨਹੀਂ ਮਿਲ ਰਿਹਾ, ਜਿਸ ਕਰਕੇ ਦੋਵਾਂ ਦੇਸ਼ਾਂ ਵਿਚਕਾਰ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਹਿੱਸਿਆਂ ਦੀ ਹਵਾਈ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕੈਨੇਡੀਅਨ ਹਵਾਈ ਕੰਪਨੀਆਂ ਦਾ ਕਹਿਣਾ ਹੈ ਕਿ ਓਮਿਕਰੋਨ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਕਰਮਚਾਰੀਆਂ ਦੀ ਗਿਣਤੀ 'ਚ ਕਮੀ ਆਈ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਧਾਰਨਾ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਦੇ ਨਾਲ ਮੁਕਤ ਵਪਾਰ ਸਮਝੌਤੇ ਤਹਿਤ ਭਾਰਤੀਆਂ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ ਦਿੱਤੀ ਜਾਏਗੀ। ਹਫ਼ਤਾਵਾਰੀ ਪ੍ਰਧਾਨ ਮੰਤਰੀ ਦੇ ਪ੍ਰਸ਼ਨ ਸ਼ਾਸਨ ਦੌਰਾਨ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਇੱਕ ਸਾਂਸਦ ਨੇ ਮੀਡੀਆ ਵਿੱਚ ਆਈ ਉਹਨਾਂ ਰਿਪੋਰਟਾਂ ਤੇ ਪ੍ਰਤੀਕਿਰਿਆ ਮੰਗੀ ਹੈ। ਇਸ ਵਿੱਚ ਭਾਰਤ ਦੇ ਲਈ FTA ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣ ਦੇ ਮੱਦੇਨਜ਼ਰ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਆਸਾਨ ਵੀਜ਼ਾ ਨਿਯਮ ਬਣਾਉਣ ਦਾ ਦਾਅਵਾ ਕੀਤਾ ਗਿਆ। ਕੰਜ਼ਰਵੇਟਿਵ ਸਾਂਸਦ ਐਵਾਰਡ ਨੇ ਜੌਨਸਨ ਤੋਂ ਪੁੱਛਿਆ ਕਿ ਭਾਰਤ ਦੇ ਨਾਲ ਵਪਾਰ ਸਮਝੌਤੇ ਨੂੰ ਸੁਰੱਖਿਅਤ ਕਰਨ ਦੇ ਲਈ ਵੀਜ਼ਾ ਕੰਟਰੋਲ ਵਿੱਚ ਛੋਟ ਦਾ ਇਰਾਦਾ ਹੈ। ਜੌਨਸਨ ਨੇ ਕਿਹਾ ਕਿ ਅਸੀਂ ਇਸ ਆਧਾਰ ਤੇ ਮੁਕਤ ਵਪਾਰ ਸਮਝੌਤਾ ਨਹੀਂ ਕਰਦੇ ਹਾਂ। ਸਦਨ ਵਿੱਚ ਸਾਂਸਦ ਐਵਾਰਡ ਦਾ ਪ੍ਰਸ਼ਨ ਉਹਨਾਂ ਰਿਪੋਰਟਾਂ ਤੇ ਆਧਾਰਿਤ ਹੈ, ਜਿਸ ਦੇ ਅਨੁਸਾਰ ਬ੍ਰਿਟੇਨ ਦੀ ਕੌਮਾਂਤਰੀ ਵਪਾਰ ਸਕੱਤਰ ਮੈਰੀ ਦੇ ਇਸ ਮਹੀਨੇ ਦੇ ਅੰਤ ਵਿੱਚ FTA ਵਾਰਤਾ ਸ਼ੁਰੂ ਕਰਨ ਲਈ ਦਿੱਲੀ ਦੀ ਯਾਤਰਾ ਕਰਨ ਦੀ ਉਮੀਦ ਹੈ। ਇਸ ਗੱਲ ਤੇ ਕਿਆਸ ਲਗਾਏ ਜਾ ਰਹੇ ਨੇ ਕਿ ਉਹ ਬ੍ਰਿਟੇਨ ਦੇ FTA ਦੇ ਹਿੱਸੇ ਦੇ ਰੂਪ ਵਿੱਚ ਆਸਟ੍ਰੇਲੀਆ ਦੇ ਬਰਾਬਰ ਵੀਜ਼ਾ ਯੋਜਨਾ ਦੀ ਪੇਸ਼ਕਸ਼ ਕਰ ਸਕਦੀ ਹੈ। ਇਸ ਤਰ੍ਹਾਂ ਦੀ ਯੋਜਨਾ ਨਾਲ ਭਾਰਤੀ ਨੌਜਵਾਨਾਂ ਨੂੰ ਬ੍ਰਿਟੇਨ ਆਉਣ ਅਤੇ ਉੱਥੋਂ 3 ਸਾਲ ਤੱਕ ਕੰਮ ਕਰਨ ਦਾ ਮੌਕਾ ਮਿਲੇਗਾ। इंडिगो 9 जनवरी तो दिल्ली पोर्ट ब्लेयर विच 4 हफ्तावारी उड़ाणा फिर तो शुरू कर रही है। एयरलाइन ने कहा कि रूट ते किराया 8,552 रुपए तो शुरू हुंदा है। इंडिगो के मुख अधिकारी ने संजय कुमार ने कहा कि सानू दिल्ली पोर्ट ब्लेयर विच अपनी घरेलू स्थिति नूं मजबूत करन ते ऑपरेशन शुरू करन दी खुशी है। वर्तमान विच इंडिगो कोल 275 तो वधेरे जहाज़ां दा बेड़ा है ते 71 घरेलू ते 24 इंटरनैशनल डेस्टिनेशन नूं जोड़न वाली 1500 तो वधेरे रोजाना दीआं उड़ाणां नूं चलाउंदी है।
ਇਸ ਦੇ ਨਾਲ ਹੀ ਇੰਡੀਗੋ ਨੇ ਦਿੱਲੀ, ਬੰਬਈ ਤੋਂ ਪੱਛਮੀ ਬੰਗਾਲ ਦੇ 3 ਮੁੱਖ ਹਵਾਈ ਅੱਡਿਆਂ ਵਿਚਕਾਰ ਆਪਣੀਆਂ ਕੁਝ ਉਡਾਣਾਂ ਨੂੰ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਵਿੱਚ ਕਲਕੱਤਾ, ਦੁਰਗਾਪੁਰ ਤੇ ਬਗਡੋਗਰਾ 에ਅਰਪੋਰਟ ਸ਼ਾਮਲ ਨੇ। ਇਸ ਤੋਂ ਪਹਿਲਾਂ ਦਸੰਬਰ 'ਚ DGCA ਨੇ ਘੋਸ਼ਣਾ ਕੀਤੀ ਸੀ ਕਿ ਭਾਰਤ ਤੋਂ ਬਿਜ਼ਨਸ ਇੰਟਰਨੈਸ਼ਨਲ ਉਡਾਣਾਂ 31 ਜਨਵਰੀ ਨੂੰ ਓਮਿਕਰੌਨ ਵੈਰੀਐਂਟ ਦੇ ਵੱਧਦੇ ਡਰ ਵਿੱਚ ਫਿਰ ਤੋਂ ਸ਼ੁਰੂ ਹੋਏਗੀ। ਇਸ ਤੋਂ ਪਹਿਲਾਂ DGCA ਨੇ ਕਿਹਾ ਸੀ ਕਿ ਤੈਅ ਉਡਾਣਾਂ 15 ਦਸੰਬਰ ਤੋਂ ਸ਼ੁਰੂ ਹੋਣਗੀਆਂ, ਪਰ ਬਾਅਦ ਵਿੱਚ ਇਸ ਆਦੇਸ਼ ਵਿੱਚ ਸੁਧਾਰ ਕੀਤਾ ਗਿਆ ਜਦੋਂ ਕੋਵਿਡ ਦੇ ਨਵੇਂ ਵੈਰੀਐਂਟ ਕਾਰਨ ਇੱਕ ਹੋਰ ਲਹਿਰ ਤੇ ਚਿੰਤਾ ਜਤਾਈ। ਇਸ ਤੋਂ ਇੱਕ ਮਹੀਨਾ ਪਹਿਲਾਂ ਕੇਂਦਰ ਨੇ ਇੰਟਰਨੈਸ਼ਨਲ ਉਡਾਣਾਂ ਨੂੰ ਨਾਰਮਲ ਕਰਨ ਦਾ ਫੈਸਲਾ ਕੀਤਾ, ਜੋ ਮਾਰਚ 2020 ਤੋਂ ਰੱਦ ਨੇ। DGCA ਨੇ ਕਿਹਾ ਕਿ ਭਾਰਤ ਵਿੱਚ ਕਈ ਦੇਸ਼ਾਂ ਨਾਲ 에ਅਰ ਬਬਲ ਵਿਵਸਥਾ ਬਰਕਰਾਰ ਰਹਿਣੀ ਚਾਹੀਦੀ ਹੈ। ਇਸ ਵਿਵਸਥਾ ਨਾਲ ਇੰਟਰਨੈਸ਼ਨਲ ਉਡਾਣਾਂ ਦਾ ਆਉਣਾ ਜਾਣਾ ਆਸਾਨ ਹੋ ਜਾਏਗਾ। ਵਾਈਟ ਹਾਊਸ ਨੇ ਬੁੱਧਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਪਿਛਲੇ ਸਾਲ 6 ਜਨਵਰੀ ਨੂੰ ਕੈਪੀਟਲ ਹਿੱਲ ਤੇ ਹੋਈ ਹਿੰਸਾ ਲਈ ਬਾਈਡਨ ਸਿਰਫ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਣਗੇ। ਅਮਰੀਕਾ ਦੇ ਸੰਸਦ ਭਵਨ ਕੈਪੀਟਲ ਹਿੱਲ ਤੇ ਹਮਲੇ ਦੀ ਪਹਿਲੀ ਬਰਸੀ 6 ਜਨਵਰੀ ਨੂੰ ਹੈ। ਵਾਈਟ ਹਾਊਸ ਦੇ ਅਨੁਸਾਰ ਕੈਪੀਟਲ ਹਿੱਲ ਤੇ ਹਮਲੇ ਦੀ ਬਰਸੀ ਮੌਕੇ ਤੇ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਤੇ ਸਾਬਕਾ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਵੀ ਆਪਣੀ ਗੱਲ ਖੁੱਲ੍ਹ ਕੇ ਕਹਿਣ ਦਾ ਇਰਾਦਾ ਜਤਾਇਆ। ਇਸੇ ਮਕਸਦ ਨਾਲ ਪ੍ਰੈਸ ਕਾਨਫਰੰਸ ਦਾ ਐਲਾਨ ਵੀ ਕੀਤਾ ਸੀ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ। ਦੱਸ ਦਈਏ ਕਿ ਕੈਪੀਟਲ ਹਿੱਲ ਤੇ ਹਿੰਸਾ ਵਿੱਚ ਇੱਕ ਪੁਲਿਸ ਅਧਿਕਾਰੀ ਸਣੇ 5 ਲੋਕ ਮਾਰੇ ਗਏ ਸਨ। ਅਮਰੀਕਾ ਵਿੱਚ ਪਿਛਲੇ ਸਾਲ 6 ਜਨਵਰੀ ਨੂੰ ਕੈਪੀਟਲ ਹਿੱਲ ਵਿੱਚ ਹੋਈ ਹਿੰਸਾ ਦੀ ਜਾਂਚ ਨੂੰ ਲੈ ਕੇ ਬਣਾਈ ਕਮੇਟੀ ਆਪਣੀ ਰਿਪੋਰਟ ਜਨਤਕ ਕਰਨ ਦੀ ਤਿਆਰੀ ਵਿੱਚ ਹੈ। ਉਹਨਾਂ ਨੇ 300 ਤੋਂ ਜ਼ਿਆਦਾ ਗਵਾਹਾਂ ਦਾ ਬਿਆਨ ਲਿਆ, ਹਜ਼ਾਰਾਂ ਦਸਤਾਵੇਜ਼ ਇਕੱਠੇ ਕੀਤੇ ਨੇ ਅਤੇ ਚੋਣ ਅਧਿਕਾਰੀਆਂ ਨਾਲ ਗੱਲ ਕਰਨ ਦੇ ਲਈ ਦੇਸ਼ ਭਰ ਵਿੱਚ ਯਾਤਰਾ ਕੀਤੀ ਹੈ, ਜਿਨ੍ਹਾਂ ਤੇ ਟਰੰਪ ਦਾ ਦਬਾਅ ਬਣਿਆ ਸੀ। ਹੁਣ 6 ਮਹੀਨੇ ਦੀ ਜੱਦੋ-ਜਹਿਦ ਤੋਂ ਬਾਅਦ ਘਟਨਾ ਦੀ ਜਾਂਚ ਕਰ ਰਹੀ ਹਾਊਸ ਕਮੇਟੀ ਰਿਪੋਰਟ ਜਨਤਕ ਕਰਨ ਦੀ ਤਿਆਰੀ ਕਰ ਰਹੀ ਹੈ। ਆਉਣ ਵਾਲੇ ਮਹੀਨਿਆਂ ਵਿੱਚ ਪੈਨਲ ਦੇ ਮੈਂਬਰ ਸਾਬਕਾ ਰਾਸ਼ਟਰਪਤੀ ਉਹਨਾਂ ਦੇ ਸਹਿਯੋਗੀਆਂ ਦੇ ਖਿਲਾਫ ਆਪਣੀ ਰਿਪੋਰਟ ਜਾਰੀ ਕਰਨਾ ਸ਼ੁਰੂ ਕਰ ਦੇਣਗੇ। 7 ਡੈਮੋਕ੍ਰੇਟਿਕ ਅਤੇ 2 ਰਿਪਬਲਿਕਨ 6 ਜਨਵਰੀ ਨੂੰ ਪੂਰੀ ਕਹਾਣੀ ਦੱਸਣ ਦੀ ਆਪਣੀ ਪ੍ਰਤੀਬੱਧਤਾ ਵਿੱਚ ਇਕਜੁੱਟ ਨੇ। ਉਹ ਟੈਲੀਵਿਜ਼ਨ ਤੇ ਸੁਣਵਾਈ ਅਤੇ ਰਿਪੋਰਟ ਦੀ ਯੋਜਨਾ ਬਣਾ ਰਹੇ ਨੇ। ਉਹਨਾਂ ਦਾ ਟੀਚਾ ਨਾ ਸਿਰਫ ਦੰਗਿਆਂ ਦੀ ਗੰਭੀਰਤਾ ਨੂੰ ਦਿਖਾਉਂਦਾ ਹੈ, ਬਲਕਿ ਹਮਲੇ ਅਤੇ ਟਰੰਪ ਦੇ ਰਾਜਾਂ ਅਤੇ ਸੰਸਦ ਤੇ ਰਾਸ਼ਟਰਪਤੀ ਦੇ ਰੂਪ ਵਿੱਚ ਜੋ ਬਾਈਡਨ ਦੀ ਚੋਣ ਨੂੰ ਉਲਟਣ ਦੇ ਲਈ ਦਬਾਅ ਬਣਾਉਣ ਦਾ ਇੱਕ ਸਪਸ਼ਟ ਸੰਬੰਧ ਦਿਖਾਉਂਦਾ ਹੈ। ਇਟਲੀ ਤੋਂ ਅੰਮ੍ਰਿਤਸਰ ਪੁੱਜੀ ਇੱਕ ਚਾਰਟਰਡ ਫਲਾਈਟ ਵਿੱਚ 125 ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਨੇ ਹਵਾਈ ਅੱਡੇ ਦੇ ਪ੍ਰਬੰਧਕਾਂ ਅਤੇ ਪੰਜਾਬ ਦੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਜਹਾਜ਼ ਵਿੱਚ 179 ਮੁਸਾਫਰ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ। ਕੁਝ ਰਿਪੋਰਟਾਂ ਵਿੱਚ ਫਲਾਈਟ 에ਅਰ ਇੰਡੀਆ ਦੀ ਦੱਸੀ ਗਈ ਹੈ, ਪਰ ਅੰਮ੍ਰਿਤਸਰ 에ਅਰਪੋਰਟ ਦੇ ਡਾਇਰੈਕਟਰ BK ਸੇਠ ਨੇ ਰਿਪੋਰਟ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਹਨਾਂ ਦੱਸਿਆ ਕਿ ਸਾਰੇ ਮੁਸਾਫਰਾਂ ਨੂੰ ਕੁਆਰੰਟਾਈਨ ਕਰ ਦਿੱਤਾ। ਜਿਹੜੇ ਮੁਸਾਫਰਾਂ ਦਾ ਟੈਸਟ ਨਹੀਂ ਕੀਤਾ ਗਿਆ, ਉਹਨਾਂ ਵਿੱਚ ਜ਼ਿਆਦਾਤਰ ਬੱਚੇ ਨੇ। ਯੂਰਪ ਵਿੱਚ ਓਮਿਕਰੌਨ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਇੱਕ ਫਲਾਈਟ ਵਿੱਚੋਂ ਦਰਜਨਾਂ ਮੁਸਾਫਰਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਮਗਰੋਂ ਭਾਰਤ ਦਾ ਹਵਾਬਾਜ਼ੀ ਮੰਤਰਾਲਾ ਸੋਚਾਂ ਵਿੱਚ ਪੈ ਗਿਆ। ਦੂਜੇ ਪਾਸੇ 2 ਹਫ਼ਤੇ ਪਹਿਲਾਂ ਤੱਕ ਪੰਜਾਬ ਵਿੱਚ ਓਮਿਕਰੌਨ ਦਾ ਕੋਈ ਮਰੀਜ਼ ਨਹੀਂ ਸੀ ਅਤੇ ਹੁਣ ਇਟਲੀ ਤੋਂ ਪੁੱਜੇ ਮੁਸਾਫਰਾਂ ਦੇ ਨਮੂਨਿਆਂ ਦੀ ਜੀਨੋਮ ਸੀਕੁਐਂਸਿੰਗ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹਨਾਂ ਵਿੱਚੋਂ ਕਿੰਨੇ ਓਮਿਕਰੌਨ ਵੈਰੀਐਂਟ ਵਾਲੇ ਨੇ। ਅਮਰੀਕੀ ਸੰਸਦ ਤੇ ਪਿਛਲੇ ਸਾਲ 6 ਜਨਵਰੀ ਨੂੰ ਹੋਈ ਇਤਿਹਾਸਕ ਹਿੰਸਾ ਦੇ 1 ਸਾਲ ਬਾਅਦ ਵੀ ਉੱਥੋਂ ਦਾ ਸਮਾਜ ਵੰਡਿਆ ਹੋਇਆ ਨਜ਼ਰ ਆ ਰਿਹਾ। ਇਸ ਸਾਲ ਕਰਾਏ ਗਏ ਨਿਊ ਮਾਈਗੋਵ ਸਰਵੇ ਦੇ ਅਨੁਸਾਰ 48% ਹੁਣ ਵੀ ਕੈਪੀਟਲ ਹਿੰਸਾ ਦਾ ਸਮਰਥਨ ਕਰਦੇ ਨੇ। ਇਸ ਵਿੱਚੋਂ ਸਭ ਤੋਂ ਜ਼ਿਆਦਾ 9% ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਹਿੰਸਾ ਨਾਲ ਵਿਰੋਧੀਆਂ ਨੂੰ ਸਖਤ ਸੰਦੇਸ਼ ਜਾਂਦਾ ਹੈ। ਹੈਰਾਨ ਕਰਨ ਵਾਲੇ ਨਤੀਜੇ ਇਹ ਨੇ ਕਿ 2024 ਚੋਣਾਂ ਵਿੱਚ ਜੇਕਰ ਡੈਮੋਕ੍ਰੇਟ ਜਿੱਤਦੇ ਨੇ ਤਾਂ 4% ਅਮਰੀਕੀ ਫੇਰ ਹਿੰਸਾ ਦਾ ਸਮਰਥਨ ਕਰਨਗੇ, ਜਦਕਿ ਫਰਵਰੀ 2021 ਦੇ ਏਪੀ ਨਾਰਕ ਦੇ ਸਰਵੇ ਤੋਂ ਬਾਅਦ ਜਨਵਰੀ 2022 ਵਿੱਚ ਹੋਏ ਸਰਵੇ ਵਿੱਚ ਟਰੰਪ ਦੀ ਲੋਕਪ੍ਰਿਯਤਾ ਵਿੱਚ 10% ਵਾਧਾ ਹੋਇਆ। ਟਰੰਪ 2024 ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਨੰਬਰ ਨੇਤਾ ਬਣੇ ਹੋਏ ਨੇ। ਇਸ ਦੌਰਾਨ ਹਿੰਸਾ ਕਰਨ ਵਾਲਿਆਂ ਦੇ ਸਮਰਥਨ ਵਿੱਚ ਅਮਰੀਕਾ 'ਚ ਲਗਭਗ 25 ਸ਼ਹਿਰਾਂ 'ਚ ਰੈਲੀਆਂ ਕੱਢੀਆਂ ਗਈਆਂ। ਰੈਲੀਆਂ ਕੱਢਣ ਵਾਲੇ ਜ਼ਿਆਦਾਤਰ ਲੋਕ ਰਿਪਬਲਿਕਨ ਪਾਰਟੀ ਨਾਲ ਜੁੜੇ ਨੇ। ਕੈਪੀਟਲ ਹਿੰਸਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੜੀ ਸੁਰੱਖਿਆ ਕੀਤੀ ਗਈ ਹੈ। ਕੈਪੀਟਲ ਹਿੰਸਾ ਦੇ ਦੋਸ਼ ਵਿੱਚ ਪੁਲਿਸ ਨੇ ਟਰੰਪ ਸਮਰਥਕ 705 ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹਨਾਂ ਵਿੱਚੋਂ 165 ਨੂੰ ਸਜ਼ਾ ਹੋ ਚੁੱਕੀ ਹੈ। ਸਿੰਘਾਂ ਵਾਲੀ ਟੋਪੀ ਪਾ ਕੇ ਅਮਰੀਕੀ ਸਮਾਜ ਵਿੱਚ ਨਫ਼ਰਤ ਦਾ ਚਿਹਰਾ ਬਣਾ ਕੇ ਉੱਭਰੇ
ਜੈਕਬ ਚੈਂਸਲੀ ਉਰਫ ਕੈਨੌਨ ਸ਼ਾਸਨ ਨੂੰ ਜਦ ਨਵੰਬਰ 2021 ਵਿੱਚ ਸਜ਼ਾ ਹੋਈ ਤਾਂ ਵਕੀਲ ਨੇ ਬਚਾਅ ਵਿੱਚ ਉਸ ਨੂੰ ਮਾਨਸਿਕ ਰੋਗੀ ਦੱਸਿਆ ਸੀ। ਹਿੰਸਾ ਦੇ ਵਿਰੋਧ ਵਿੱਚ ਅਸਤੀਫਾ ਦੇਣ ਵਾਲੇ ਵਾਈਟ ਹਾਊਸ ਪ੍ਰਤੀਨਿਧੀ ਅਤੇ ਕੈਬਨਿਟ ਸਕੱਤਰ ਹੁਣ ਹਾਸ਼ੀਏ ਤੇ ਨੇ। ਟਰੰਪ ਖਿਲਾਫ ਡੈਮੋਕ੍ਰੈਟਿਕ ਪਾਰਟੀ ਦੇ ਮਹਾਦੋਸ਼ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਕੈਰੋਲੀਨਾ ਦੇ ਸੈਨੇਟਰ ਰਿਚਰਡ ਲੂਸੀਆਨਾ ਦੇ ਬਿਲ ਕੈਸੇਡੀ, ਕੌਂਸਲ ਅਲਾਸਕਾ ਦੀ ਲੀਜ਼ਾ, ਯੂਟਾਹ ਦੇ ਮਿਟ ਰੋਮਨੀ, ਨੇਬਾਰਾਸਕਾ ਦੇ ਬੈਨ ਸੈਸੇ ਤੇ ਪੈਨਸਿਲਵੇਨੀਆ ਦੇ ਟੌਮੀ ਵੀ ਚੁੱਪ ਲਈ ਵੱਟ ਹੈ। ਕੈਪੀਟਲ ਹਿੰਸਾ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਨੌਜਵਾਨ ਅਤੇ ਪੁਲਿਸ ਤੇ ਆਰਮੀ ਬੈਕਗ੍ਰਾਉਂਡ ਦੇ ਸਨ। ਅਮਰੀਕਾ ਦੇ ਸੰਸਦ ਭਵਨ ਕੈਪੀਟਲ ਹਿਲ ਤੇ ਹਮਲੇ ਦੀ ਪਹਿਲੀ ਬਰਸੀ 6 ਜਨਵਰੀ ਨੂੰ ਹੈ। ਇਸ ਮੌਕੇ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਵੀ ਆਪਣੀ ਗੱਲ ਖੁੱਲ੍ਹ ਕੇ ਕਹਿਣ ਦਾ ਇਰਾਦਾ ਜਤਾਇਆ ਸੀ ਅਤੇ ਇਸੇ ਮਕਸਦ ਨਾਲ ਪ੍ਰੈਸ ਕਾਨਫਰੰਸ ਦਾ ਐਲਾਨ ਵੀ ਕੀਤਾ ਸੀ। ਇਹ ਹਮਲਾ ਪਿਛਲੇ ਸਾਲ 6 ਜਨਵਰੀ ਨੂੰ ਹੋਇਆ ਸੀ। ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਡੋਨਾਲਡ ਟਰੰਪ 6 ਜਨਵਰੀ ਨੂੰ ਕੈਪੀਟਲ ਹਿੰਸਾ ਦੀ ਪਹਿਲੀ ਬਰਸੀ ਤੇ ਰਾਸ਼ਟਰ ਨੂੰ ਸੰਬੋਧਨ ਕਰਨ ਵਾਲੇ ਸਨ। ਦੱਸ ਦਈਏ ਕਿ ਕੈਪੀਟਲ ਹਿਲ ਤੇ ਹਿੰਸਾ ਵਿੱਚ ਇੱਕ ਪੁਲਿਸ ਅਧਿਕਾਰੀ ਸਣੇ 5 ਲੋਕ ਮਾਰੇ ਗਏ। ਵਾਈਟ ਹਾਊਸ ਦੇ ਅਨੁਸਾਰ ਬਰਸੀ ਦੇ ਮੌਕੇ ਤੇ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਟਰੰਪ ਦੇ ਖਾਸ ਸਹਿਯੋਗੀ ਰਹੇ ਸਟੀਵ ਬੈਨਾਨ ਨੇ ਕਿਹਾ ਕਿ ਇਸ ਕੈਪੀਟਲ ਹਿਲ ਤੇ ਹਮਲੇ ਦੀ ਬਰਸੀ ਦੇ ਮੌਕੇ ਤੇ ਆਪਣੇ ਪੋਡਕਾਸਟ ਵਾਰ ਰੂਮ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕਰਨਗੇ। ਇਸ ਵਿੱਚ ਟਰੰਪ ਦੇ 2 ਸਮਰਥਕਾਂ ਮੈਟ ਗੇਟਸ ਅਤੇ ਮਰਜ਼ੌਰੀ ਟੇਲਰ ਗ੍ਰੀਨ ਨੂੰ ਸ਼ਾਮਲ ਕੀਤਾ ਜਾਏਗਾ। ਕੁਝ ਦਿਨ ਪਹਿਲਾਂ ਟਵਿੱਟਰ ਨੇ ਗ੍ਰੀਨ ਦੇ ਅਕਾਊਂਟ ਨੂੰ ਸਥਾਈ ਤੌਰ ਤੇ ਬੰਦ ਕਰ ਦਿੱਤਾ ਸੀ। ਗੇਟਸ ਅਤੇ ਗ੍ਰੀਨ ਦੋਵੇਂ ਹਾਊਸ ਆਫ ਰਿਪਰੈਜ਼ੈਂਟੇਟਿਵ ਮੈਂਬਰ ਹਨ। 6 ਜਨਵਰੀ 2021 ਨੂੰ ਕੈਪੀਟਲ ਬਿਲਡਿੰਗ ਤੇ ਹਮਲਾ ਕੀਤਾ ਗਿਆ ਸੀ। ਟਰੰਪ ਸਮਰਥਕ ਭੀੜ 2020 ਦੇ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦਾ ਵਿਰੋਧ ਕਰਨ ਦੇ ਲਈ ਵਾਈਟ ਹਾਊਸ ਵਿੱਚ ਇਕੱਠੀ ਹੋਈ ਸੀ ਅਤੇ ਭੀੜ ਨੇ ਸੰਸਦ ਦੀ ਬਿਲਡਿੰਗ ਵਿੱਚ ਭੰਨਤੋੜ ਕੀਤੀ ਸੀ। ਅਮਰੀਕਾ ਦੇ ਪੂਰਬੀ ਸ਼ਹਿਰ ਫਿਲਾਡੇਲਫੀਆ ਵਿੱਚ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਸਵੇਰੇ ਇੱਕ ਭਿਆਨਕ ਹਾਦਸੇ ਵਿੱਚ 7 ਬੱਚਿਆਂ ਸਣੇ 13 ਲੋਕਾਂ ਦੀ ਸੜ ਕੇ ਮੌਤ ਹੋ ਗਈ। ਇਹਨਾਂ ਸਾਰਿਆਂ ਦੀ ਮੌਤ ਫਿਲਾਡੇਲਫੀਆ ਸ਼ਹਿਰ ਦੇ 3 ਮੰਜ਼ਿਲਾ ਘਰ ਵਿੱਚ ਲੱਗੀ ਅੱਗ ਕਾਰਨ ਹੋਈ ਹੈ। ਫਿਲਾਡੇਲਫੀਆ ਫਾਇਰ ਡਿਪਾਰਟਮੈਂਟ ਦੇ ਡਿਪਟੀ ਕਮਿਸ਼ਨਰ ਕਰੇਗ ਮਰਫੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਅੱਗ ਬੁਝਣ ਦੇ ਬਾਵਜੂਦ ਬਿਲਡਿੰਗ ਦੇ ਅੰਦਰ 2 ਜ਼ਖਮੀਆਂ ਨੂੰ ਕੱਢੇ ਜਾਣ ਦਾ ਕੰਮ ਜਾਰੀ ਹੈ। ਮ੍ਰਿਤਕਾਂ ਤੋਂ ਇਲਾਵਾ 2 ਹੋਰਾਂ ਨੂੰ ਗੰਭੀਰ ਹਾਲਾਤ ਵਿੱਚ ਹਸਪਤਾਲ ਭੇਜਿਆ ਗਿਆ। ਮੌਕੇ ਤੇ ਅੱਗ ਬੁਝਣ ਤੋਂ ਬਾਅਦ ਵੀ ਕਈ ਫਾਇਰ ਟਰੱਕ ਖੜੇ ਦੇਖੇ ਗਏ ਜਿਨ੍ਹਾਂ ਦੇ ਫਾਇਰ ਕਰਮੀ ਸੜੀ ਹੋਈ ਬਿਲਡਿੰਗ ਵਿੱਚ ਬਚਣ ਵਾਲਿਆਂ ਦੀ ਭਾਲ ਕਰ ਰਹੇ ਨੇ। ਇਹ ਬਿਲਡਿੰਗ ਫਿਲਾਡੇਲਫੀਆ ਪਬਲਿਕ ਹਾਊਸਿੰਗ ਅਥਾਰਟੀ ਦੀ ਹੈ। ਬਿਲਡਿੰਗ ਵਿੱਚ ਅੱਗ ਲੱਗਣ ਤੋਂ ਬਾਅਦ ਇੰਨੇ ਵੱਡੇ ਪੱਧਰ ਤੇ ਮੌਤਾਂ ਦੇ ਲਈ ਉੱਥੇ ਲੱਗੇ ਸਮੋਕ ਡਿਟੈਕਟਰਸ ਖਰਾਬ ਹੋਣ ਨੂੰ ਕਾਰਨ ਮੰਨਿਆ ਜਾ ਰਿਹਾ, ਜਿਨ੍ਹਾਂ ਦੇ ਚਲਦਿਆਂ ਬਿਲਡਿੰਗ ਵਿੱਚ ਮੌਜੂਦ ਲੋਕਾਂ ਨੂੰ ਸਮੇਂ ਤੇ ਅੱਗ ਲੱਗਣ ਦਾ ਅਲਰਟ ਨਹੀਂ ਮਿਲ ਸਕਿਆ। ਡਿਪਟੀ ਕਮਿਸ਼ਨਰ ਮਰਫੀ ਨੇ ਕਿਹਾ ਕਿ ਬਿਲਡਿੰਗ ਵਿੱਚ 4 ਸਮੋਕ ਡਿਟੈਕਟਰ ਸੀ ਅਤੇ ਚਾਰੇ ਖਰਾਬ ਮਿਲੇ। ਅੱਗ ਬੁਝਾਊ ਮਾਮਲਾ ਸੂਚਨਾ ਮਿਲਦੇ ਸਥਾਨਕ ਸਮੇਂ ਅਨੁਸਾਰ ਸਵੇਰੇ 6:40 ਤੇ ਮੌਕੇ ਤੇ ਪਹੁੰਚਿਆ ਤੇ 50 ਮਿੰਟ ਵਿੱਚ ਅੱਗ ਤੇ ਕੰਟਰੋਲ ਕਰ ਲਿਆ, ਲੇਕਿਨ ਹੁਣ ਤੱਕ 7 ਬੱਚਿਆਂ ਸਣੇ 13 ਲੋਕਾਂ ਦੀ ਜਾਨ ਜਾ ਚੁੱਕੀ ਸੀ। ਜ਼ਿਆਦਾਤਰ ਮਰਨ ਵਾਲੇ ਬਿਲਡਿੰਗ ਦੀ ਦੂਜੀ ਫਲੋਰ ਤੇ ਫਸੇ ਹੋਏ ਸੀ। ਹਾਲਾਂਕਿ ਬਿਲਡਿੰਗ ਵਿੱਚ ਫਸੇ ਲੋਕਾਂ ਵਿੱਚੋਂ 8 ਕਿਸਮਤ ਵਾਲੇ ਨਿਕਲੇ ਜੋ ਬਾਹਰ ਨਿਕਲਣ ਦੇ 2 ਰਸਤਿਆਂ ਵਿੱਚੋਂ ਇੱਕ ਤੱਕ ਦੀ ਲਪੇਟ ਵਿੱਚ ਤੋਂ ਪਹਿਲਾਂ ਪਹੁੰਚ ਗਏ ਅਤੇ ਸੁਰੱਖਿਅਤ ਬਾਹਰ ਨਿਕਲ ਆਏ। ਅਮਰੀਕਾ ਦੇ ਮੈਰੀਲੈਂਡ, ਨਿਊਯਾਰਕ ਅਤੇ ਕੈਲੀਫੋਰਨੀਆ ਸੂਬੇ ਦੇ ਹਸਪਤਾਲਾਂ ਵਿੱਚ ਕੋਰੋਨਾ ਕਾਰਨ ਹਾਲਾਤ ਬੇਕਾਬੂ ਹੋਣ ਲੱਗੇ ਨੇ। ICU ਵੀ ਹੁਣ ਖਾਲੀ ਨਹੀਂ ਹਨ। ਅਜਿਹੇ ਵਿੱਚ ਮਾਹਿਰਾਂ ਨੇ ਲੋਕਾਂ ਨੂੰ ਬੂਸਟਰ ਖੁਰਾਕ ਲੈਣ, ਭੀੜ ਵਾਲੀ ਜਗ੍ਹਾ ਤੇ ਨਾ ਜਾਣ, ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਅਮਰੀਕਾ ਹਰ ਦਿਨ 10 ਲੱਖ ਤੋਂ ਜ਼ਿਆਦਾ ਕੋਵਿਡ-19 ਦੇ ਮਰੀਜ਼ ਨਿਕਲਣ ਅਤੇ ਹਸਪਤਾਲਾਂ ਵਿੱਚ ਬਿਸਤਰ ਨਾ ਮਿਲਣ ਕਾਰਨ ਨੱਠ ਭੱਜ ਵਾਲੇ ਹਾਲਾਤ ਨੇ। ਰਾਹਤ ਦੀ ਗੱਲ ਇਹ ਸੀ ਕਿ ICU ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਦੇਖੀ ਗਈ, ਪਰ ਅਮਰੀਕੀ ਮਹਾਕਾਰੀ ਮਾਹਰ ਫਹੀਮ ਨੇ ਜਤਾਇਆ ਕਿ ਓਮਿਕਰੌਨ ਵੈਰੀਐਂਟ ਨੂੰ ਹਲਕੇ ਵਿੱਚ ਨਾ ਲੈਣ। ਮੇਰੇ ਹਸਪਤਾਲ ਵਿੱਚ 100% ਮਰੀਜ਼ ਵੈਂਟੀਲੇਟਰ ਦਾ ਇਸਤੇਮਾਲ ਕਰ ਰਹੇ ਨੇ। ਇਹ ਚੇਤਾਵਨੀ ਬੇहद ਗੰਭੀਰ ਹੈ। ਡਾਕਟਰ ਫਹੀਮ ਅਮਰੀਕੀ ਯੂਨੀਵਰਸਿਟੀ ਆਫ ਮੈਰੀਲੈਂਡ ਵਿੱਚ ਮਹਾਮਾਰੀ ਮਾਮਲਿਆਂ ਦੇ ਪ੍ਰਮੁੱਖ ਡਾਕਟਰ ਨੇ। ਉਹਨਾਂ ਨੇ ਮੈਰੀਲੈਂਡ ਦੇ ਹਸਪਤਾਲ ਵਿੱਚ ICU ਭਰੇ ਹੋਣ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ, ਓਮਿਕਰੌਨ ਨੂੰ ਹਲਕੇ ਵਿੱਚ ਨਾ ਲੈਣ, ਮਾਸਕ ਪਹਿਨਣ, ਕੋਰੋਨਾ ਟੀਕੇ ਦੀ ਬੂਸਟਰ ਖੁਰਾਕ ਲੈਣ ਅਤੇ ਭੀੜ ਵਾਲੀ ਜਗ੍ਹਾ ਤੇ ਜਾਣ ਤੋਂ ਬਚਣ। ਹਾਲਾਂਕਿ ਉਹਨਾਂ ਨੇ ਕੁਝ ਹੀ ਦਿਨਾਂ ਵਿੱਚ ਲਹਿਰ ਖਤਮ ਹੋਣ ਦੀ ਗੱਲ ਵੀ ਕੀਤੀ ਹੈ। ਇਸ ਵਿਚਾਲੇ ਕੈਲੀਫੋਰਨੀਆ ਦੇ ਹਸਪਤਾਲ ਅਤੇ ਸਕੂਲ ਬੁਰੇ ਦੌਰ ਵਿੱਚ ਨੇ। ਇਸ ਸੂਬੇ ਵਿੱਚ ਕੋਰੋਨਾ ਵਾਇਰਸ ਵਿੱਚ ਹੈਰਾਨੀਜਨਕ ਵਾਧਾ ਹੋਇਆ। ਸਿਹਤ ਮੰਤਰੀ ਡਾਕਟਰ ਮਾਰਕ ਨੇ ਕਿਹਾ ਕਿ ਇੱਥੇ ਹਸਪਤਾਲਾਂ ਦੇ ਬਿਸਤਰ ਮਰੀਜ਼ਾਂ ਨਾਲ ਭਰੇ ਨੇ। ICU ਵੀ ਹੁਣ ਪਹਿਲਾਂ ਜਿੰਨੇ ਖਾਲੀ ਨਹੀਂ ਹਨ। ਕੈਲੀਫੋਰਨੀਆ ਹਸਪੀਟਲ ਐਸੋਸੀਏਸ਼ਨ ਦੇ ਕਿਓਮੀ ਬਰਚਨ ਨੇ ਕਿਹਾ 40% ਹਸਪਤਾਲਾਂ ਵਿੱਚ ਅਹਿਮ ਕਰਮਚਾਰੀਆਂ ਦੀ ਕਮੀ ਹੈ। ਕੈਨੇਡਾ ਦੇ ਡੈਲਟਾ ਸ਼ਹਿਰ ਵਿਖੇ ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਹੋਈ ਛੁਰੇਬਾਜ਼ੀ ਦੇ ਮਾਮਲੇ ਵਿੱਚ 19 ਸਾਲ ਦੇ ਬਲਰਾਜ ਨਿੱਜਰ ਵਿਰੁੱਧ ਦੋਸ਼ ਆਇਦ ਕੀਤੇ ਗਏ ਨੇ। ਡੈਲਟਾ ਪੁਲਿਸ ਨੇ ਦੱਸਿਆ
कि क्राउन कौंसल ਵੱਲੋਂ 31 ਦਸੰਬਰ ਨੂੰ ਬਲਰਾਜ ਨਿੱਜਰ ਵਿਰੁੱਧ ਕਾਤਲਾਨਾ ਹਮਲਾ ਕਰਨ ਦੇ ਦੋਸ਼ ਆਇਦ ਕਰਨ ਦੀ ਪ੍ਰਵਾਨਗੀ ਦਿੱਤੀ ਗਈ। पुलिस मुताबक बलराज निज्जर की गिरफ्तारी तो बाद उसनू शर्त आधारित जमानत दे दी गई है। अदालत विच उसकी अगली पेशी इसे जनवरी महीने दौरान होएगी। पुलिस ने कहा कि छुरेबाजी की इस वारदात का लोअर मैनलैंड विच गरोहां विचाले चल रहे खूनी टकराव नाल कोई संबंध नहीं। अफगानिस्तान ते तालिबान के कब्जे तो बाद महिलावां नूं सब तो ज्यादा पाबंदी वालियां कार्रवाइयां का शिकार होना पै रहा। ताज़ा मामले विच काबुल के कई स्पोर्ट्स क्लब के मालकां ने कहा कि तालिबान के महिलावां दे लई एथलैटिक खेडां ते पाबंदी लगा दी है। उन्होंने दस्सिया कि वो महिलावां नूं खेडण की आग्या नहीं दिंदे। हालांकि खेड सरगर्मियां विच महिलावां दे लई पहलां ही अलग स्थान बनाए गए सी, लेकिन हुण इस विच होर भी बदलाव कर दिते गए ने। हुण कोच भी पुरुष की बजाय एक महिला है। एक स्पोर्ट्स क्लब के मुखी हाफिजुल्ला अब्सी ने टोल न्यूज़ नूं दस्सिया कि घट्टो घट्ट महिलावां नूं अभ्यास करन दी आग्या दित्ती जानी चाहिए है। अब्सी तो इलावा ताइकवांडो ਅਤੇ पर्वतरोइयां खेडां दी कोच तहरा मुल्तानी ने कहा कि तालिबान के सत्ता विच आउण तो बाद मैनूं मेरी खेड दा अभ्यास करन दी आग्या नहीं मिली। मैं ट्रेनिंग लई खेडां दे कई क्लबां विच गल कीती है, लेकिन उन्होंने कहा कि हुण क्लबां विच महिला वर्ग के स्थान नूं बंद कर दिता है। ताहरा सुल्तानी ने पिछले 8 सालों विच कौमी पद्धर दे नाल-नाल विदेशों विच भी कई इनाम हासिल कीते ने। अमेरिका के कोलोराडो सूबे के अधिकारियों ने दस्सिया कि पिछले हफ्ते जंगल विच लगी अग कारण 51.3 करोड़ डॉलर का नुकसान होया ਅਤੇ 1084 घर ਅਤੇ अदारे नुकसाने गए। जंगली खेतर विच 30 दसंबर ਨੂੰ लगी अग कारण होए नुकसान का यह पहला मुलांकन है। सूबे के इतिहास विच हुण तक की सब तो विनाशकारी जंगल की अग है। अधिकारियों ने पहला अंदाजा लगाया सी कि घट्टो घट्ट 991 घरां ਅਤੇ होर इमारतां नूं नुकसान पहुंचा। 2 लोग लापता ने। हालांकि अधिकारियों नूं एक थां ते लाशां मिलियां ने। जांचकर्ता यह पता लगाउण दी भी कोशिश कर रहे हैं कि अग किस कारण लगी है, जिसने हज़ारां लोकां नूं बेघर कर दिता। माहिरां दा कहना है कि अग दी अजिहियां घटनावां वापर सकदियां ने क्योंकि जलवायु परिवर्तन कारण धरती का तापमान वधिया है ਅਤੇ अग लगण दे खतरे वाले खेतरां दी गिणती वधी है। बोल्डर काउंटी के 90% तो बाद इलाके विच गंभीर सोका पिया ਅਤੇ गर्मियां दे अध तो बाद इत्थे मींह नहीं पिया। किरत विभाग के अंकड़ियां मुताबक अमेरिका च नौकरी छड्डण वाले कामियां की संख्या रिकॉर्ड मुताबक पिछले 20 सालों च सब तो वध है, जिथे बीते साल नवंबर महीने 45 लाख तो ज्यादा लोगों ने नौकरी छड्डी। लोग नौकरी क्यों छड्ड रहे हैं, इसका एक वड्डा कारण यह भी है कि वो होर बेहतर मौकों का लाभ उठाना चाहते हैं। सरकार नूं 2 सालों तो कोरोना कारण आर्थिक पक्षों विरोधी हालात का सामना करना पै रहा, इसलिए सरकार भी इस पूरे मामले नूं गंभीरता नाल लै रही है। हालांकि कोरोना महामारी च कामे भी अपनी लोड़ां ते ध्यान दे रहे हैं, पर ज्यादातर नौकरियां हॉस्पिटैलिटी ਅਤੇ होर घट तनख्वाह वाले खेतरां चों ने। अमेरिका ते जर्मनी ने ताइवान मुद्दे ते चीन दे नाल विवाद विच लिथुआना दा समर्थन किया ते कहा कि बीजिंग वालों इस छोटे जहे बाल्टिक देश ते दबाव पाउणा अनुचित है। दरअसल लिथुआनिया ने पिछले साल विनियन च ताइवान नूं ताइपे दे नां दी बजाय अपने ही नां ते दफ्तर खोलण दी मंजूरी दी सी। एक अजिहा कदम है जिसनूं चुकण नाल दुनिया के ज्यादातर देश बचते हैं, क्योंकि इस नाल उन्होंने चीन की नाराजगी मोल लैनी पै सकती है। चीन ताइवान नूं अपना हिस्सा मानता है तो उसनूं कोई डिप्लोमैट पछाण नहीं दिंदा। लिथुआनिया के इस कदम नाल चीन नाराज हो गया तो उसने विलियम तो अपने राजदूत बुला लिया तो बीजिंग तो लुथियाना के राजदूत नूं देश तो जाण लई कह दिता। अमेरिका के विदेश मंत्री एंटनी ब्लिंकन ने जर्मनी की अपनी बराबर दे नाल होई मीटिंग तो बाद बुधवार नूं कहा कि लिथुआना के दबाव पाउण नाल चीन की सरकार के कदम नाल वो चिंतित हैं। इस देश की आबादी 30 लाख तो भी घट है। जर्मनी की विदेश मंत्री एलालेना बेरबोक ने कहा कि यूरोपी होने के नाते असीं लिथुआनिया के प्रति एकजुटता प्रगट करते हाँ। ब्लिंकन ने कहा कि चीन यूरोपी ते अमेरिकी कंपनियां ते दबाव पा रहा है कि वो लिथुआना च बने कंपोनेंट्स तो उत्पादन बनाना बंद करन जां चीनी बाजार च पहुंच खत्म होने के खतरे का सामना करन। अमेरिका विच एक प्रमुख मुस्लिम नागरिक स्वतंत्रता संगठन ने टेस्ला मोटर्स के CEO एलॉन मस्क नूं चीन के शिनजियांग खेतर विच हाल ही विच खोले गए शोरूम नूं बंद करन लई कहा। संगठन ने कहा कि शिनजियांग विच कोई भी अमेरिकी कॉरपोरेशन कारोबार नहीं कर रही, इसलिए टेस्ला नूं चीन के उइगर मुसलमानों तो हो रहे अत्याचारों के विरोध विच अपना शोरूम भी बंद करना चाहिए।
CAIR ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਿਨਜਿਆਂਗ ਇੱਕ ਅਜਿਹਾ ਖੇਤਰ ਹੈ ਜੋ ਇੱਕ ਧਾਰਮਿਕ ਅਤੇ ਨਸਲੀ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਕੇ ਕਤਲੇਆਮ ਦੀ ਮੁਹਿੰਮ ਚਲਾ ਰਿਹਾ। ਕੌਂਸਲ ਔਨ ਅਮਰੀਕੀ ਇਸਲਾਮਿਕ ਰਿਲੇਸ਼ਨ ਨੇ ਕਿਹਾ ਕਿ ਟੈਸਲਾ ਨੂੰ ਨਸਲ ਖੁਸ਼ੀ ਲਈ ਆਰਥਿਕ ਸਹਾਇਤਾ ਦੀ ਮਾਤਰਾ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਅਮਰੀਕਾ ਸਥਿਤ ਟੈਸਲਾ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਵੋ ਤੇ ਘੋਸ਼ਣਾ ਦੇ ਨਾਲ ਸ਼ਿਨਜਿਆਂਗ ਦੀ ਰਾਜਧਾਨੀ ਉਰਮੂਕੀ ਵਿੱਚ ਇੱਕ ਸ਼ੋਰੂਮ ਖੋਲ੍ਹਿਆ ਹੈ। 2016 ਸਾਲ ਤੋਂ ਦੁਬਈ ਵਿੱਚ ਰਹਿ ਰਹੇ ਸ੍ਰੀ ਰਾਮ ਇਸ ਮਹੀਨੇ ਕਿਸਮਤ ਖੁੱਲ ਗਈ। ਇੱਕ ਮਹੀਨੇ ਵਿੱਚ ਦੋ ਵਾਰ ਉਹਨਾਂ ਦੀ ਲੋਟਰੀ ਲੱਗ ਗਈ ਹੈ। ਇੱਕ ਹੀ ਝਟਕੇ ਵਿੱਚ ਉਹਨਾਂ ਨੇ ਕੁੱਲ 31 ਲੱਖ ਰੁਪਏ ਦਾ ਆਪਣਾ ਬੈਂਕ ਬੈਲੈਂਸ ਵਧਾ ਲਿਆ। ਸ੍ਰੀ ਰਾਮ ਨੇ ਇੱਕ ਮਹੀਨੇ ਵਿੱਚ 2 ਅਲੱਗ-ਅਲੱਗ ਮੌਕਿਆਂ ਤੇ ਕੁੱਲ ਮਿਲਾ ਕੇ 31 ਲੱਖ ਤੋਂ ਜ਼ਿਆਦਾ ਰੁਪਏ ਜਿੱਤੇ ਨੇ। ਉਹ ਪਿਛਲੇ 16 ਸਾਲ ਤੋਂ ਦੁਬਈ ਵਿੱਚ ਰਹਿ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹ ਡਰਾਅ ਵਿੱਚ ਹਿੱਸਾ ਲੈਣ ਅੱਗੇ ਵੀ ਜਾਰੀ ਰੱਖਣਗੇ। ਤੁਸੀਂ ਨਹੀਂ ਜਾਣਦੇ ਕਿ ਜਦ ਤੱਕ ਆਪ ਕੋਸ਼ਿਸ਼ ਨਹੀਂ ਕਰਾਂਗੇ ਤਦ ਤੱਕ ਕੀ ਹੋਏਗਾ। ਸ੍ਰੀ ਰਾਮ ਤੋਂ ਇਲਾਵਾ ਲੈਬਨਾਨ ਅਤੇ ਸਲੋਵਾਨੀਆ ਦੇ 2 ਹੋਰ ਲੋਕਾਂ ਨੇ ਵੀ 15,75,032 ਰੁਪਏ ਦਾ ਅਮੀਰਾਤ ਡਰਾਅ ਜਿੱਤਿਆ। ਖਲੀਜ ਟਾਈਮਜ਼ ਨਾਲ ਗੱਲਬਾਤ ਕਰਦੇ ਹੋਏ 40 ਸਾਲਾਂ ਦੇ ਸ੍ਰੀ ਰਾਮ ਸ਼ਾਂਤਾ ਨਾਇਕ ਨੇ ਕਿਹਾ, ਮੈਂ ਹੈਰਾਨ ਹਾਂ, ਮੇਰੇ ਕੋਲ ਸ਼ਬਦ ਨਹੀਂ। ਮੈਨੂੰ ਭਰੋਸਾ ਨਹੀਂ ਹੋ ਰਿਹਾ ਕਿ ਮੇਰੇ ਵੱਲੋਂ ਚੁਣੇ ਗਏ ਨੰਬਰ 1 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ 2 ਵਾਰ ਡਰਾਅ ਨਾਲ ਮੇਲ ਖਾ ਗਏ। ਜਿੱਤਣਾ ਰੋਮਾਂਚਕ ਹੈ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਬਹੁਤ ਖਰਾਬ ਸਥਿਤੀ ਚੋਂ ਲੰਘ ਰਿਹਾ। ਅਫਗਾਨਿਸਤਾਨ ਦੇ ਲੋਕ ਭਿਆਨਕ ਆਰਥਿਕ ਸੰਕਟ ਚੋਂ ਗੁਜ਼ਰ ਰਹੇ ਨੇ। ਤਾਲਿਬਾਨ ਸਰਕਾਰ ਦੀ ਆਮਦਨ ਦੇ ਸਰੋਤ ਉਧਰ ਤਾਲਿਬਾਨ ਦੇ ਸੱਤਾ 'ਚ ਕਾਬਜ਼ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਜਹਾਜ਼ ਅਫਗਾਨਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਕਤਰਾ ਰਹੇ ਨੇ। ਅਫਗਾਨਿਸਤਾਨ ਦੇ ਟਰਾਂਸਪੋਰਟ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਉਪ ਨਿਰਦੇਸ਼ਕ ਗੁਲਾਮ ਜਲਾਨੀ ਬਫਾ ਮੁਤਾਬਕ ਹਾਲ ਦੇ ਮਹੀਨਿਆਂ 'ਚ ਇਸ ਵਿੱਚ 80% ਦੀ ਕਮੀ ਆਈ ਹੈ ਤੇ ਇਸ ਦਾ ਅਸਰ ਅਫਗਾਨ ਸਰਕਾਰ ਦੀ ਆਮਦਨ ਤੇ ਪਿਆ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਹਵਾਈ ਖੇਤਰ 'ਚੋਂ ਲੰਘਣ ਵਾਲੇ ਹਰ ਵਿਦੇਸ਼ੀ ਜਹਾਜ਼ ਤੋਂ ਸਰਕਾਰ ਨੂੰ $700 ਦੀ ਆਮਦਨ ਹੁੰਦੀ ਹੈ। ਦੂਜੇ ਪਾਸੇ ਸਾਬਕਾ ਟਰਾਂਸਪੋਰਟ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਇਮਾਮੁਦੀਨ ਬਰੀਮਾਚ ਨੇ ਕਿਹਾ ਕਿ ਅੰਤਰਰਾਸ਼ਟਰੀ 에ਅਰਲਾਈਨਸ ਅਫਗਾਨਿਸਤਾਨ ਦੇ ਹਵਾਈ ਖੇਤਰ ਨੂੰ ਸੁਰੱਖਿਅਤ ਨਹੀਂ ਮੰਨਦੀਆਂ, ਇਸ ਦੇ ਲਈ ਇਸ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਦੀਆਂ ਨੇ। ਓਮਿਕਰੌਨ ਵੇਰੀਐਂਟ ਕਾਰਨ ਕੈਨੇਡਾ ਵਿੱਚ ਕੋਵਿਡ-19 ਮਹਾਮਾਰੀ ਦੀ 5ਵੀਂ ਲਹਿਰ ਜਾਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਕੈਨੇਡੀਅਨਾਂ ਤੇ ਹਮਲਾ ਕੀਤਾ ਹੈ ਜੋ ਅਜੇ ਵੀ ਟੀਕਾਕਰਨ ਤੋਂ ਇਨਕਾਰ ਕਰ ਰਹੇ ਨੇ। ਟਰੂਡੋ ਮੁਤਾਬਕ ਉਹ ਅਜਿਹੇ ਟੀਕਾਕਰਨ ਵਿਰੋਧੀ ਕੈਨੇਡੀਅਨ ਲੋਕਾਂ ਤੋਂ ਨਾਰਾਜ਼ ਅਤੇ ਨਿਰਾਸ਼ ਨੇ। ਦੇਸ਼ ਤੇ ਆਉਣ ਵਾਲੇ ਸਿਹਤ ਸੰਕਟ ਬਾਰੇ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਬੋਲਦਿਆਂ ਜਸਟਿਨ ਟਰੂਡੋ ਨੇ ਕਿਹਾ, ਇਹ ਸਿਰਫ ਸਰਕਾਰਾਂ ਅਤੇ ਸਿਹਤ ਕਰਮਚਾਰੀਆਂ ਬਾਰੇ ਨਿਰਾਸ਼ਾ ਨਹੀਂ ਹੈ, ਸਗੋਂ ਅਜਿਹੇ ਕੈਨੇਡੀਅਨਜ਼ ਬਾਰੇ ਵੀ ਹੈ ਜੋ ਅਜੇ ਵੀ ਟੀਕਾਕਰਨ ਨਾ ਕਰਵਾਉਣ ਦਾ ਫੈਸਲਾ ਕਰਨਾ ਚਾਹੁੰਦੇ ਨੇ। ਇਹਨਾਂ ਵਿੱਚ ਸਾਥੀ ਕੈਨੇਡੀਅਨ ਵੀ ਸ਼ਾਮਲ ਨੇ। ਕੈਨੇਡੀਅਨ ਸਰਕਾਰ ਨੇ ਵੈਕਸੀਨ ਜਨਾਦੇਸ਼ ਦੀ ਸਥਾਪਨਾ ਕੀਤੀ ਹੈ, ਜਿਸ ਵਿੱਚ ਹਵਾਈ ਜਹਾਜ਼, ਰੇਲ ਅਤੇ ਕਰੂਜ਼ ਜਹਾਜ਼ ਤੇ ਯਾਤਰਾ ਲਈ ਟੀਕਾਕਰਨ ਦਾ ਸਬੂਤ ਦਿਖਾਉਣ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਕੁਝ ਸੂਬਿਆਂ ਨੇ ਬਿਨਾਂ ਟੀਕਾਕਰਨ ਵਾਲੇ ਗੈਰ ਲਾਇਸੈਂਸੀ ਵਿਅਕਤੀਆਂ ਨੂੰ ਮਨੋਰੰਜਨ ਵਰਗੀਆਂ ਸਹੂਲਤਾਂ ਜਿਮ, ਬਾਰ, ਨਾਈਟ ਕਲੱਬਾਂ, ਰੈਸਟੋਰੈਂਟਾਂ ਦੇ ਨਾਲ-ਨਾਲ ਖੇਡਾਂ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।